बिस्मिल्लाहिर्रहमानिर्रहीम अस्सलाम वालेकुम नाजरीन प्रोग्राम रैली दे नाल डॉक्टर महमूद कुरैशी तुहाडी खिदमत 'च हाज़र है। नाजरीन असी मिट्टी पानी की गल करने तो महकमा ज़राअत का एक शोबा ऐसा भी है जिहड़ा कि तहफ़्फ़ुज़ अराज़ियात है और ये रावलपिंडी दे विच मौजूद है। असी इन्हां नूं अज पुछांगे कि जिहड़ी साडी ज़मीन है इहदा जिहड़ा कटाव हुंदा है इहदा ओरिजन हुंदा है इहदे तो असी किवें महफूज रख सकने आ, ਇਹਦੇ ਕੀ ਨੁਕਸਾਨਾਤ ਨੇ ਅਗਰ ਅਸੀਂ ਇਹਨੂੰ ਰੋਕ ਲਈਏ ਤਾਂ ਤੁਹਾਨੂੰ ਕਿਹੜੇ ਫਾਇਦੇ ਮਿਲ ਸਕਦੇ ਨੇ। ਆਓ ਮੇਰੇ ਨਾਲ। ਅਤੀਕੁਰ ਰਹਿਮਾਨ ਸਾਹਿਬ ਮੈਂ ਆਪਣੇ ਨਾਜ਼ਰੀਨ ਵਾਸਤੇ ਪੁੱਛਣਾ ਚਾਹਾਂਗਾ ਕਿ ਇਹ ਸਾਇਲ ਕੰਜ਼ਰਵੇਸ਼ਨ ਤੋਂ ਕੀ ਮੁਰਾਦ ਹੈ। ਸਾਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਨੂੰ ਅਸੀਂ ਉਰਫੇ ਆਮ ਹੈ ਜਾਂ ਪੰਜਾਬੀ ਜਾਂ ਉਰਦੂ 'ਚ ਅਸੀਂ ਇਹਨੂੰ ਮਹਿਕਮਾ ਤਹਫ਼ੁਜ਼ ਅਰਾਜ਼ੀਆਤ ਕਹਿੰਦੇ ਹਾਂ। ਅਤੇ ਜਿਹੜੀਆਂ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਸਾਡਾ ਚੂੰਕਿ ਬਾਰਾਨੀ ਇਲਾਕਾ ਹੈ ਅਤੇ ਇੱਥੇ ਜਿਹੜੀ ਟੋਪੋਗ੍ਰਾਫੀ ਅਨਈਵਨ ਹੈ, ਮਤਲਬ ਹੈ ਕਿ ਜਿਹੜੇ ਜ਼ਮੀਨਾਂ ਲੈਵਲ ਨਹੀਂ ਹੈਗੀਆਂ, ਪਹਾੜੀ ਇਲਾਕਾ ਹੈ ਅਤੇ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਅਤੇ ਜਿਹੜਾ ਮਿੱਟੀ ਜਿਹੜਾ ਹੈ ਔਰ ਖੇਤ ਜਿਹੜੇ ਨੇ ਸਾਡੇ ਕਟਾਓ ਦਾ ਸ਼ਿਕਾਰ ਹੁੰਦੇ ਨੇ। ਉਸ ਕਟਾਓ ਨੂੰ ਰੋਕਣ ਲਈ ਮੈਂ ਆਪਣਾ ਗੌਰਮੈਂਟ ਨੇ ਇਹ ਮਹਿਕਮਾ ਜੋ ਖੜ੍ਹਾ ਕੀਤਾ ਅਤੇ ਅਸੀਂ ਕਿਸਾਨਾਂ ਨੂੰ ਮੁਖਤਲਿਫ ਸਹੂਲਤਾਂ ਫਰਾਹਮ ਕਰਦੇ ਹਾਂ ਤਾਂ ਕਿ ਉਹਨਾਂ ਦੀਆਂ ਜ਼ਮੀਨਾਂ ਬੁਰਦਗੀ ਤੋਂ ਅਤੇ ਕਟਾਓ ਤੋਂ ਬਚੀਆਂ ਰਹਿਣ। ਔਰ ਉਸ ਤੋਂ ਇਲਾਵਾ ਜਿਹੜਾ ਬਾਰਿਸ਼ ਦਾ ਫਾਲਤੂ ਪਾਣੀ ਜਿਹੜਾ ਬਹਿ ਕੇ ਨਦੀ ਨਾਲਾਂ 'ਚ ਜ਼ਾਇਆ ਹੁੰਦਾ ਉਸ ਨੂੰ ਅਸੀਂ ਕੰਜ਼ਰਵ ਕਰਦੇ ਹਾਂ ਮਿਨੀ ਡੈਮ ਦੀ ਸੂਰਤ ਵਿੱਚ, ਤਲਾਬਾਂ ਦੀ ਸੂਰਤ ਵਿੱਚ, ਔਰ ਉਹਨੂੰ ਆਬਾਪਾਸ਼ੀ ਵਾਸਤੇ ਇਸਤੇਮਾਲ ਕਰਦੇ ਹਾਂ। ਇਹ ਸਾਰਾ ਕੁਝ ਜੋ ਹੈ ਮਹਿਕਮਾ ਤਹਫ਼ੁਜ਼ ਅਰਾਜ਼ੀਆਤ ਜਾਂ ਸਾਇਲ ਕੰਜ਼ਰਵੇਸ਼ਨ ਕਿਸਾਨਾਂ ਦੀ ਖਿਦਮਤ ਲਈ ਕਰ ਰਿਹਾ। ਇਹ ਕਿੰਨੇ ਅਰਸੇ ਤੋਂ ਇਹ ਤੁਹਾਡਾ ਅਦਾਰਾ ਕਾਇਮ ਹੋਇਆ? ਇਸ ਇਦਾਰੇ ਦੀ ਤਾਂ ਬੜੀ ਲੰਬੀ ਹਿਸਟਰੀ ਹੈ। ਤਕਰੀਬਨ 1960 ਤੋਂ ਅਸੀਂ ਜਿਹੜਾ ਨਾ ਆਪਰੇਸ਼ਨ ਵਿੱਚ ਆਏ ਹਾਂ। ਪਹਿਲੇ ਸਾਡਾ ਪਾਇਲਟ ਪ੍ਰੋਜੈਕਟ ਸੀ, ਉਸ ਤੋਂ ਬਾਅਦ ਇਹ ਮਹਿਕਮਾ ਰੈਗੂਲਰ ਹੋਇਆ ਅਤੇ ਅਸੀਂ ਤਕਰੀਬਨ 70 ਸਾਲ ਤੋਂ ਕਿਸਾਨਾਂ ਦੀ ਖਿਦਮਤ ਕਰ ਰਹੇ ਹਾਂ। ਜਿਸ ਤਰ੍ਹਾਂ ਸਪਿਲਵੇ ਹੋ ਗਏ, ਪਾਣੀ ਦੇ ਪੁਖਤਾ ਨਿਕਾਸ ਹੋ ਗਏ, ਹਿਫਾਜ਼ਤੀ ਦੀਵਾਰਾਂ ਹੋ ਗਈਆਂ ਜਾਂ ਜਾਲੀਦਾਰ ਸਪਰ ਹੁੰਦੇ ਨੇ, ਅਸੀਂ ਉਹ ਬਣਾਉਂਦੇ ਹਾਂ ਜ਼ਮੀਨ ਦੇ ਤਹੱਫੁਜ਼ ਲਈ। ਅਤੇ ਪਾਣੀ ਦਾ ਜਿਹੜਾ ਤਹੱਫੁਜ਼ ਹੈ ਉਹ ਅਸੀਂ ਮਿਨੀ ਡੈਮ ਔਰ ਤਾਲਾਬਾਂ ਦੀ ਸੂਰਤ ਵਿੱਚ ਕਰਦੇ ਹਾਂ। ਮਿਨੀ ਡੈਮ ਇੱਕ ਜ਼ਰਾ ਥੋੜ੍ਹਾ ਨਿਸਬਤਨ ਵੱਡਾ ਸਟਰਕਚਰ ਹੁੰਦਾ ਹੈ ਜਿਹੜਾ ਅਸੀਂ ਫਾਰਮਰ ਦੀ ਜਾਂ ਕਿਸਾਨ ਦੀ ਜ਼ਮੀਨ 'ਤੇ ਹੀ ਬਣਾਉਂਦੇ ਹਾਂ, ਔਰ ਤਾਲਾਬ ਨਿਸਬਤਨ ਜ਼ਰਾ ਛੋਟਾ ਸਟਰਕਚਰ ਹੁੰਦਾ ਹੈ ਲੇਕਿਨ ਇਤਨਾ ਛੋਟੇ ਵੀ ਨਹੀਂ ਹੁੰਦੇ। ਇਸ ਦੇ ਵਿੱਚ ਸਾਰਾ ਸਾਲ ਦੀ ਪਾਣੀ ਦੀ ਜ਼ਰੂਰਤ ਲਈ ਜਿਹੜੇ ਉਹਨਾਂ ਨੂੰ ਸਾਡੇ ਕਿਸਾਨਾਂ ਨੂੰ ਪਾਣੀ ਉਹਨਾਂ ਦੀ ਆਬਾਪਾਸ਼ੀ ਵਾਸਤੇ, ਮਾਲ ਮਵੇਸ਼ੀ ਵਾਸਤੇ ਜਾਂ ਦੀਗਰ ਜ਼ਰੂਰੀਆਤ ਵਾਸਤੇ ਹੁੰਦਾ ਹੈ, ਉਹ ਉਹਨਾਂ ਨੂੰ ਮੁਹੱਈਆ ਹੁੰਦਾ ਹੈ। ਇਸ ਤਰ੍ਹਾਂ ਅਸੀਂ ਮਿਨੀ ਡੈਮ ਦੀ ਸੂਰਤ ਵਿੱਚ ਔਰ ਤਾਲਾਬਾਂ ਦੀ ਸੂਰਤ ਵਿੱਚ ਔਰ ਇਸ ਤੋਂ ਇਲਾਵਾ ਵਾਟਰ ਸਟੋਰੇਜ ਟੈਂਕ ਦੀ ਸੂਰਤ ਵਿੱਚ ਅਸੀਂ ਬਾਰਿਸ਼ ਦੇ ਫਾਲਤੂ ਪਾਣੀ ਨੂੰ ਮਹਿਫੂਜ਼ ਕਰਦੇ ਹਾਂ ਤਾਂ ਕਿ ਅਸੀਂ ਉਹਨੂੰ ਇਸਤੇਮਾਲ ਕਰ ਸਕੀਏ। ਅੱਛਾ, ਤੁਹਾਡੇ ਮੈਂ ਇਸ ਪਠਵਾਰ ਦੇ ਇਲਾਕੇ ਦੇ ਵਿੱਚ ਵਿਜ਼ਿਟ ਕੀਤਾ ਅਤੇ ਮੈਂ ਇੱਥੇ ਜਿਹੜੇ ਮਿਨੀ ਡੈਮ, ਸਮਾਲ ਡੈਮ ਵੀ ਜਿਹਨੂੰ ਕਹਿੰਦੇ ਨੇ, ਮੈਂ ਉਹ ਵੇਖੇ ਨੇ ਅਤੇ ਕਿਸ ਤਰ੍ਹਾਂ ਉਹਦੇ ਤੋਂ ਤੁਸੀਂ ਅਫਾਦੀਅਤ ਹਾਸਲ ਕਰ ਰਹੇ ਹੋ? ਡਾਕਟਰ ਸਾਹਿਬ, ਜਿਸ ਤਰ੍ਹਾਂ ਪਹਿਲੇ ਅਰਜ਼ ਕੀਤੀ ਹੈ ਕਿ ਬਰਾਨੀ ਇਲਾਕੇ ਦੀ ਜ਼ਰਾਅਤ ਦਾ ਜਿਹੜਾ ਕੁੱਲੀ ਨਿਸਾਰ ਹੈ ਨਾ ਉਹ ਬਾਰਿਸ਼ ਦੇ ਪਾਣੀ 'ਤੇ ਹੁੰਦਾ ਹੈ, ਕਿਉਂਕਿ ਇੱਥੇ ਜਿਹੜਾ ਨਾ ਨਹਿਰਾਂ ਦੀ ਸੂਰਤ ਵਿੱਚ ਤਾਂ ਸਾਨੂੰ ਕੋਈ ਆਬਾਪਾਸ਼ੀ ਦੀ ਸਹੂਲਤ ਮੁਯੱਸਰ ਨਹੀਂ, ਨਾ ਹੀ ਇਹ ਮੁਮਕਿਨ ਹੈ। ਅਤੇ ਬਾਰਿਸ਼ਾਂ ਜਿਹੜੀਆਂ ਨੇ ਸਾਡੀਆਂ ਜਿਹੜੀਆਂ ਨੇ 80% ਬਾਰਿਸ਼ਾਂ ਤਕਰੀਬਨ ਮੌਨਸੂਨ ਦੇ ਸੀਜ਼ਨ ਨੇ ਜਿਹੜੇ 2 ਮਹੀਨੇ ਹੁੰਦੇ ਨੇ, ਅਗਸਤ ਔਰ ਜੁਲਾਈ, ਅਗਸਤ, ਸਤੰਬਰ ਦੇ 3 ਮਹੀਨਿਆਂ ਦੇ ਵਿੱਚ ਸਾਨੂੰ 80% ਜਿਹੜੀਆਂ ਬਾਰਿਸ਼ਾਂ ਨੇ ਜਿਹੜੀਆਂ ਸਾਲ ਵਿੱਚ ਸਾਨੂੰ ਆਉਂਦੀਆਂ ਨੇ ਉਹ ਰਿਸੀਵ ਹੋ ਜਾਂਦੀਆਂ ਨੇ। ਅਤੇ ਲੇਕਿਨ ਉਹ ਇਤਨੀਆਂ ਬਾਰਿਸ਼ ਦਾ ਪਾਣੀ ਚੂੰਕਿ ਇਤਨਾ ਫਾਲਤੂ ਹੁੰਦਾ ਹੈ ਔਰ ਜ਼ਾਇਆ ਹੋ ਕੇ ਉਹ ਸੈਲਾਬ ਦੀ ਸੂਰਤ ਇਖਤਿਆਰ ਕਰ ਲੈਂਦਾ ਹੈ। ਉਸ ਤੋਂ ਇਲਾਵਾ ਜਿਹੜਾ ਹੈ ਨਾ ਉਹ ਕਟਾਓ, ਜ਼ਮੀਨਾਂ ਨੂੰ ਕਟਾਓ ਕਰਦਾ ਹੈ। ਉਸ ਪਾਣੀ ਨੂੰ ਮਹਿਫੂਜ਼ ਬਣਾਉਣ ਦੀ ਸਭ ਤੋਂ ਬੜੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਦਾ ਅਹਿਸਾਸ ਕਰਦੇ ਹੋਇਆ ਅਸੀਂ ਫਾਰਮਰ ਦੇ ਰਕਬੇ 'ਤੇ, ਜ਼ਿਮੀਂਦਾਰਾਂ ਦੇ ਰਕਬੇ 'ਤੇ ਡੈਮ ਔਰ ਤਾਲਾਬ ਬਣਾਉਂਦੇ ਹਾਂ ਔਰ ਅਸੀਂ ਉਹਨਾਂ ਨੂੰ ਮਿਨੀ ਡੈਮ ਜਾਂ ਵਾਟਰ ਪੌਂਡ ਕਹਿੰਦੇ ਹਾਂ। ਲੇਕਿਨ ਜਿਹੜੇ ਸਮਾਲ ਡੈਮ ਨੇ ਉਹ ਮਹਿਕਮਾ ਇਰੀਗੇਸ਼ਨ ਬਣਾਉਂਦਾ ਹੈ ਔਰ ਉਹ ਜ਼ਰਾ ਵੱਡੇ ਪੈਮਾਨੇ 'ਤੇ ਹੁੰਦੇ ਨੇ। ਅਤੇ ਇਸ ਇਲਾਕੇ ਦੇ ਅਗਰ ਤੁਹਾਨੂੰ ਕੋਈ ਬਾਰਾਨੀ ਇਲਾਕੇ 'ਚ ਅਗਰ ਕੋਈ ਜ਼ਰਾਅਤ ਦੀ ਕੋਈ ਥੋੜ੍ਹੀ ਬਹੁਤੀ ਰੌਣਕ ਨਜ਼ਰ ਆ ਰਹੀ ਹੈ ਜਾਂ ਜੋ ਵੀ ਹੈ ਇੱਥੇ ਜਿਤਨੀ ਵੀ ਹੈ, ਇਹ ਸਾਰਾ ਇਹਨਾਂ ਜਿਹੜਾ ਅਸੀਂ ਪਾਣੀ ਮਹਿਫੂਜ਼ ਕਰਦੇ ਹਾਂ ਜਾਂ ਜਿਹੜਾ ਬਾਰਿਸ਼ ਦੇ ਪਾਣੀ ਨੂੰ ਅਸੀਂ ਅੱਛੇ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਦੀ ਵਜ੍ਹਾ ਤੋਂ ਹੀ ਇਹ ਸਾਰੀਆਂ ਮਤਲਬ ਹੈ ਕਿ ਸਾਨੂੰ ਇਹ ਚੀਜ਼ਾਂ ਜਿਹੜੀਆਂ ਨਾ ਉਹ ਨਜ਼ਰ ਆ ਰਹੀਆਂ ਨੇ। ਅੱਛਾ, ਤੁਸੀਂ ਜ਼ਿਕਰ ਕੀਤਾ ਹੈ ਮਿਨੀ ਡੈਮ ਦਾ, ਅਤੇ ਇਹ ਦੱਸੋ ਕਿ ਜਿੱਥੇ ਕੋਈ ਨੈਚੁਰਲ ਜਗ੍ਹਾ ਬਣੀ ਹੋਵੇ ਅਤੇ ਜਿਹੜੇ ਸਾਡੇ ਜ਼ਿਮੀਂਦਾਰ ਅਤੇ ਕਾਸ਼ਤਕਾਰ ਭਰਾ ਇਸ ਵੇਲੇ ਪ੍ਰੋਗਰਾਮ ਵੇਖ ਰਹੇ ਨੇ ਜਿਨ੍ਹਾਂ ਦਾ ਤਾਲੁਕ ਪਠਵਾਰ ਦੇ ਇਲਾਕੇ ਦੇ ਨਾਲ ਹੈ, ਅਤੇ ਮਹਿਕਮਾ ਕੋਈ ਉਹਨਾਂ ਨੂੰ ਸਹੂਲਤ ਵੀ ਦਿੰਦਾ? ਸਰ, ਮਹਿਕਮਾ ਮਿਨੀ ਡੈਮ ਦੀ ਸਹੂਲਤ ਵਾਸਤੇ ਤਕਰੀਬਨ 80% ਜਿਹੜੀ ਉਸਦੀ ਕੁੱਲ ਲਾਗਤ ਦਾ 80% ਹੈ ਉਹ ਫਾਰਮਰ ਨੂੰ ਅਸੀਂ ਅਦਾ ਕਰਦੇ ਹਾਂ ਕੈਸ਼ ਦੀ ਸੂਰਤ ਵਿੱਚ, ਔਰ ਜਿਤਨੀ ਉਸਦੀ ਤਕਨੀਕੀ ਔਰ ਇਮਦਾਦ ਹੈ ਉਹ ਵੀ ਮਹਿਕਮਾ ਉਹਨਾਂ ਨੂੰ ਫਰਾਹਮ ਕਰਦਾ ਹੈ। ਸਾਡੇ ਜਿਹੜਾ ਡਿਜ਼ਾਈਨ ਹੁੰਦਾ ਅਸੀਂ ਉਸ ਚੀਜ਼ ਨੂੰ, ਉਸ ਜਗ੍ਹਾ ਨੂੰ ਡਿਜ਼ਾਈਨ ਕਰਦੇ ਹਾਂ ਮਿਨੀ ਡੈਮ ਨੂੰ ਜਾਂ ਤਾਲਾਬ ਨੂੰ, ਔਰ ਉਸ ਵਾਸਤੇ ਜਿਤਨੀ ਉਹਨਾਂ ਨੂੰ ਮਤਲਬ ਮਾਲੀ ਸਪੋਰਟ ਹੈ ਔਰ ਜਿਤਨੀ ਉਹਨਾਂ ਨੂੰ ਤਕਨੀਕੀ ਸਪੋਰਟ ਹੈ ਉਹ ਮਹਿਕਮਾ ਫਰਾਹਮ ਕਰਦਾ ਜੀ। ਅਤੇ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਮਿਨੀ ਡੈਮ ਵੀ ਹੋ ਗਏ ਜਾਂ ਸਮਾਲ ਡੈਮ ਉਹ ਇਰੀਗੇਸ਼ਨ ਦੇ ਅੰਡਰ ਨੇ, ਅਤੇ ਜਿਹੜਾ ਜ਼ਮੀਨ ਦਾ ਕਟਾਓ ਹੈ
ਇਹ ਤੇ ਸਾਡੇ ਲਈ ਬੜਾ ਮਤਲਬ ਨੁਕਸਾਨ ਦਾ ਬਾਇਸ ਬਣਦਾ ਹੈ। ਤੇ ਇਸ ਕਟਾਓ ਦਾ ਕੋਈ ਪਰਮਨੈਂਟ ਹੱਲ ਵੀ ਤੁਹਾਡੇ ਕੋਲ ਹੈ ਵੇ? ਜ਼ਮੀਨ ਦਾ ਕਟਾਓ ਜਿਹੜਾ ਹੈ ਨਾ ਜੀ, ਉਹ ਇੱਕ ਕੁਦਰਤੀ ਅਮਲ ਹੈ ਔਰ ਉਹ ਬਾਰਿਸ਼ਾਂ ਦੇ ਨਾਲ ਉਹਨੇ ਹੋਣਾ ਹੀ ਹੋਣਾ ਹੈ। ਲੇਕਿਨ ਇਹ ਹੈ ਕਿ ਅਸੀਂ ਉਸ ਨੂੰ ਇੱਕ ਹੱਦ ਤੱਕ ਜੋ ਹੈ ਕੰਟਰੋਲ ਕਰ ਸਕਦੇ ਹਾਂ। ਤੇ ਉਸ ਨੂੰ ਕੰਟਰੋਲ ਕਰਨ ਲਈ, ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕੀਤਾ ਹੈ ਕਿ ਅਸੀਂ ਦੀਵਾਰਾਂ, ਹਿਫਾਜ਼ਤੀ ਦੀਵਾਰਾਂ ਹੋ ਗਈਆਂ, ਸਪਿਲਵੇ ਹੋ ਗਏ, ਆਊਟਲੈਟ ਹੋ ਗਏ, ਔਰ ਈਵਨ ਇਹ ਮਿਨੀ ਡੈਮ ਔਰ ਤਾਲਾਬ ਵੀ ਜਿਹੜਾ ਨਾ, ਇਹ ਵੀ ਜ਼ਮੀਨ ਦੇ ਕਟਾਓ ਨੂੰ ਰੋਕਣ ਦਾ ਜਿਹੜਾ ਨਾ ਬਹੁਤ ਮੁਆਵਨ ਔਰ ਮਦਦਗਾਰ ਸਾਬਿਤ ਹੁੰਦੇ ਨੇ। ਤੇ ਇਹ ਕਿਸਾਨ ਭਰਾਵਾਂ ਨਾਲ ਇਹੀ ਗੁਜ਼ਾਰਿਸ਼ ਹੈ ਕਿ ਆਪਣੀਆਂ ਜ਼ਮੀਨਾਂ ਨੂੰ ਕਟਾਓ ਤੋਂ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਇਹਨਾਂ ਇੰਟਰਵੈਂਸ਼ਨ ਨੂੰ, ਇਹਨਾਂ ਸਹੂਲਤਾਂ ਤੋਂ ਜਿਹੜੀਆਂ ਗੌਰਮੈਂਟ ਤੋਂ ਉਹਨਾਂ ਨੂੰ ਫਰਾਹਮ ਕਰ ਰਹੀ ਹੈ, ਉਹ ਫਾਇਦਾ ਉਠਾਉਣ, ਤਾਂ ਕਿ ਅਸੀਂ ਉਸ ਨੂੰ ਆਪਣਾ ਜ਼ਮੀਨ ਦੇ ਕਟਾਓ ਨੂੰ ਇੱਕ ਮਿਨੀਮਮ ਲਿਮਿਟ ਵਿੱਚ ਲੈ ਕੇ ਆਈਏ, ਤਾਂ ਕਿ ਸਾਡੇ ਆਉਣ ਵਾਲੀ ਨਸਲਾਂ ਵਾਸਤੇ ਇਹ ਸਾਡੇ ਜਿਹੜੇ ਜ਼ਮੀਨ ਦੇ ਵਸਾਇਲ ਨੇ ਔਰ ਪਾਣੀ ਦੇ ਵਸਾਇਲ ਨੇ, ਉਹ ਮਹਿਫੂਜ਼ ਰਹਿ ਸਕਣ। ਅੱਛਾ ਅਤੀਕ ਰਹਿਮਾਨ ਸਾਹਿਬ, ਅਸੀਂ ਸੁਣਨੇ ਆ ਕਿ ਜ਼ਮੀਨ ਦੇ ਕਟਾਓ ਨੂੰ ਰੋਕਣ ਦੇ ਵਿੱਚ ਦਰਖਤਾਂ ਦਾ ਬੜਾ ਕਿਰਦਾਰ ਹੈ। ਤੇ ਕਿਆ ਦਰਖਤ ਵੀ ਲਗਾ ਕੇ ਤੇ ਜ਼ਮੀਨ ਦੇ ਕਟਾਓ ਨੂੰ ਰੋਕਿਆ ਜਾ ਸਕਦਾ? ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ ਔਰ ਬੜਾ ਹੀ ਰੈਲੇਵੈਂਟ ਹੈਗਾ ਕਿ ਜ਼ਮੀਨ ਦੇ ਕਟਾਓ ਨੂੰ ਬਚਾਉਣ ਲੱਗੇ ਦਰਖਤ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਮੁਆਵਨ ਸਾਬਿਤ ਹੁੰਦੇ ਨੇ। ਔਰ ਇਹ ਇੱਕ ਕੁਦਰਤੀ ਤਰੀਕਾ ਹੈ ਦਰਖਤਾਂ ਨੂੰ ਲਗਾਉਣ ਦਾ ਜਾਂ ਜੰਗਲ ਉਗਾਉਣ ਦਾ। ਅਸੀਂ ਅਗਰ ਜੰਗਲ ਉਗਾ ਲਈਏ ਜਾਂ ਪਰਮਾਨੈਂਟ ਗ੍ਰਾਸ ਕਵਰ, ਅਗਰ ਜ਼ਮੀਨ ਨੂੰ ਅਸੀਂ ਹਰਿਆਲੀ ਕਰ ਲਈਏ, ਤੇ ਸਾਡੀ ਜਿਹੜੀ ਇਰੋਜਨ ਹੈ ਜਾਂ ਜਿਸ ਨੂੰ ਅਸੀਂ ਕਟਾਓ ਕਹਿੰਦੇ ਹਾਂ, ਉਹ ਆਟੋਮੈਟਿਕਲੀ ਇੱਕ ਜੋ ਹੈ ਨਾ ਰੁਕ ਜਾਂਦੀ ਹੈ। ਤੇ ਇਸ ਵਾਸਤੇ ਅਸੀਂ ਜੰਗਲਬਾਨੀ ਵਾਸਤੇ ਅਸੀਂ ਜ਼ਿਮੀਂਦਾਰਾਂ ਨੂੰ ਮੁਫਤ ਜਿਹੜਾ ਹੈ ਨਾ ਦਰਖਤ ਫਰਾਹਮ ਕਰਦੇ ਹਾਂ। ਉਸ ਤੋਂ ਇਲਾਵਾ ਉਹਨਾਂ ਦੀ ਜ਼ਮੀਨਾਂ 'ਤੇ ਜੰਗਲ ਲਾਉਣ ਵਾਸਤੇ ਵੀ ਅਸੀਂ ਮਾਲੀ ਔਰ ਤਕਨੀਕੀ ਮਾਮਲਾਤ ਫਰਾਹਮ ਕਰਦੇ ਹਾਂ। ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜ਼ਿਮੀਂਦਾਰ ਜਿਹੜਾ ਹੈ ਆਪਣੀ ਜ਼ਮੀਨਾਂ ਨੂੰ ਮਤਲਬ ਹੈ ਕਿ ਉਹਨਾਂ 'ਤੇ ਜੰਗਲ ਉਗਾਉਣ, ਤਾਂ ਕਿ ਉਹ ਜਿਹੜਾ ਕਟਾਓ ਹੈ ਉਸ ਨੂੰ ਅਸੀਂ ਇੱਕ ਮਿਨੀਮਮ ਲਿਮਿਟ ਦੇ ਅੰਦਰ ਲਿਆ ਸਕੀਏ। ਅੱਛਾ, ਅਸੀਂ ਵੇਖਦੇ ਹਾਂ ਕਿ ਕਿਸੇ ਵੀ ਸ਼ੋਬੇ ਦੀ ਤਰੱਕੀ ਤਾਂ ਹੀ ਮੁਮਕਿਨ ਹੁੰਦੀ ਹੈ ਜੇ ਕੋਈ ਦੋ ਜਾਂ ਦੋ ਤੋਂ ਜ਼ਿਆਦਾ ਸ਼ੋਬਿਆਂ ਦਾ ਆਪਸ 'ਚ ਕੋਆਰਡੀਨੇਸ਼ਨ ਹੋਵੇ। ਤੇ ਕਿਆ ਮਹਿਕਮਾ ਜ਼ਰਾਅਤ ਦਾ ਮਹਿਕਮਾ ਜੰਗਲਾਤ ਦੇ ਨਾਲ ਕੋਆਰਡੀਨੇਸ਼ਨ ਹੈ ਵੇ ਕਿ ਉਹ ਦਰਖਤ ਉਗਾਉਣ? ਜੀ, ਸਾਡਾ ਮਹਿਕਮਾ ਜ਼ਰਾਅਤ ਦਾ ਔਰ ਮਹਿਕਮਾ ਜੰਗਲਾਤ ਦਾ ਕੋਆਰਡੀਨੇਸ਼ਨ ਬਿਲਕੁਲ ਇਹ ਬਹੁਤ ਜ਼ਰੂਰੀ ਵੀ ਹੈ। ਔਰ ਅਸੀਂ ਜਿਤਨਾ ਵੀ ਪਲਾਂਟੇਸ਼ਨ ਵਾਸਤੇ ਜਿਹੜੇ ਵਸਾਇਲ ਨੇ, ਜਿਸ ਤਰ੍ਹਾਂ ਪੌਦੇ ਹੋ ਗਏ, ਅਸੀਂ ਮਹਿਕਮਾ ਜੰਗਲਾਤ ਦੀ ਨਰਸਰੀਜ਼ ਤੋਂ ਹੀ ਜਿਹੜਾ ਹੈ ਉਹ ਹਾਸਿਲ ਕਰਦੇ ਹਾਂ। ਔਰ ਮਹਿਕਮਾ ਜੰਗਲਾਤ ਦੀ ਵੀ ਸਾਨੂੰ ਇਸ ਮਕਸਦ ਵਾਸਤੇ, ਜੰਗਲਬਾਨੀ ਵਾਸਤੇ ਮੁਕੰਮਲ ਸਪੋਰਟ ਜਿਹੜਾ ਹੈ ਨਾ ਉਹ ਮੁਹੱਈਆ ਹੁੰਦੀ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ ਇਰਸ਼ਾਦ ਫਰਮਾਇਆ ਕਿ ਤੁਹਾਡਾ ਸ਼ੋਬਾ ਕਾਫੀ ਵਰ੍ਹਿਆਂ ਪਹਿਲੇ ਇਹ ਕਾਇਮ ਹੋਇਆ ਹੈ, ਤੇ ਕੋਈ ਨਵੀਂ ਇਸਲਾਹਾਤ ਵੀ ਇਹਦੇ 'ਚ ਕੀਤੀਆਂ? ਜੀ ਡਾਕਟਰ ਸਾਹਿਬ, ਵਕਤ ਦੇ ਨਾਲ ਨਾਲ ਮਤਲਬ ਹੈ ਜਿਹੜੀਆਂ ਵੀ ਅਸੀਂ ਕੋਈ ਰਿਸਰਚ ਦੇ ਜ਼ਰੀਏ, ਇੱਕ ਸਾਡਾ ਅਦਾਰਾ ਗਵਰਨਮੈਂਟ ਆਫ ਪੰਜਾਬ ਨੇ ਕਾਇਮ ਕੀਤਾ ਹੋਇਆ ਸਾਇਲ ਐਂਡ ਵਾਟਰ ਕੰਜ਼ਰਵੇਸ਼ਨ ਰਿਸਰਚ ਇੰਸਟੀਚਿਊਟ, ਜਿਹੜਾ ਚਕਵਾਲ ਦੇ ਅੰਦਰ ਹੈ। ਔਰ ਉਹਦਾ ਮਕਸਦ ਹੀ ਇਹ ਹੈ ਸੀ ਕਿ ਨਵੀਂ ਰਿਸਰਚ ਕਰਕੇ ਔਰ ਆਪਣੀ ਲੋਕਲ ਕੰਡੀਸ਼ਨ ਵਿੱਚ ਰਿਸਰਚ ਕਰਕੇ ਜਿਹੜੀਆਂ ਇੰਟਰਵੈਂਸ਼ਨ ਮਤਲਬ ਸਾਡੇ ਵਾਸਤੇ ਜ਼ਿਆਦਾ ਕਾਬਲੇ ਅਮਲ ਨੇ, ਅਸੀਂ ਉਹਨਾਂ ਨੂੰ ਜ਼ਿਮੀਂਦਾਰਾਂ ਦੇ ਰਕਬੇ 'ਤੇ ਟਰਾਈ ਕਰੀਏ ਔਰ ਬੁਰਦਗੀ ਨੂੰ ਔਰ ਇਰੋਜਨ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰੀਏ। ਤੇ ਉਹਨਾਂ ਦੀਆਂ ਜਿਹੜੀਆਂ ਮਤਲਬ ਹੈ ਕਿ ਉਹਨਾਂ ਸਾਨੂੰ ਤਜਾਵੀਜ਼ ਦਿੰਦੇ ਨੇ, ਜਿਸ ਤਰ੍ਹਾਂ ਇੱਕ ਹੈ ਕਿ ਲੂਜ਼ ਸਟੋਨ ਆਊਟਲੈਟ, ਇੱਕ ਉਹਨਾਂ ਇੱਕ ਮਤਲਬ ਹੈ ਉਹਨਾਂ ਦੀ ਰਿਸਰਚ ਸੀ, ਅਸੀਂ ਉਹਨੂੰ ਵੀ ਫੀਲਡ 'ਚ ਇੰਪਲੀਮੈਂਟ ਕਰਦੇ ਹਾਂ। ਔਰ ਜਿਹੜਾ ਇਸ ਸ਼ੋਬੇ 'ਚ ਕੋਈ ਨਵੀਂ ਇਸਲਾਹਾਤ ਹੋਣ ਜਾਂ ਜੋ ਵੀ ਹੈ, ਅਸੀਂ ਉਸ ਨੂੰ ਮੁਕੰਮਲ ਤੌਰ 'ਤੇ, ਜਿਸ ਤਰ੍ਹਾਂ ਇੱਕ ਸਾਇਲ ਹੈਲਥ ਵਾਲਾ ਇੱਕ ਨਵਾਂ ਮਤਲਬ ਇੱਕ ਕਨਸੈਪਟ ਆਇਆ ਕਿ ਅਗਰ ਸਾਡੀਆਂ ਜ਼ਮੀਨਾਂ ਜ਼ਿਆਦਾ ਅੱਛੀ ਉਹਨਾਂ ਦੀ ਹੈਲਥ ਹੋਏਗੀ, ਜ਼ਿਆਦਾ ਉਹਨਾਂ ਦੀ ਸਿਹਤ ਬਿਹਤਰ ਹੋਏਗੀ, ਤੇ ਉਹ ਕਟਾਓ ਦੇ ਅਮਲ ਨੂੰ ਅੱਛੀ ਤਰੀਕੇ ਨਾਲ ਰੈਜ਼ਿਸਟ ਕਰ ਸਕਦੀਆਂ ਨੇ। ਤੇ ਅਸੀਂ ਸਾਇਲ ਹੈਲਥ ਨੂੰ ਇੰਪਰੂਵ ਕਰਨ ਵਾਸਤੇ ਵੀ ਅਸੀਂ ਆਪਣਾ ਇੰਟਰਵੈਂਸ਼ਨ ਜਿਹੜੀਆਂ ਨੇ ਫਰਾਹਮ ਕਰਦੇ ਹਾਂ ਔਰ ਫਾਰਮਰ ਨੂੰ ਗਾਈਡ ਵੀ ਕਰਦੇ ਹਾਂ, ਫਾਰਮਰ ਨੂੰ ਐਜੂਕੇਟ ਵੀ ਕਰਦੇ ਹਾਂ ਕਿ ਉਹ ਆਪਣੀ ਜ਼ਮੀਨਾਂ ਦੀ ਜਿਹੜੀ ਹੈਲਥ ਹੈ ਉਸ ਨੂੰ ਬਿਹਤਰ ਕਰਨ। ਔਰ ਹੈਲਥ ਨੂੰ ਬਿਹਤਰ ਕਰਨੇ ਦਾ ਜਿਹੜਾ ਸਭ ਤੋਂ ਬੜਾ ਤਰੀਕਾ ਹੈ ਕਿ ਆਰਗੈਨਿਕ ਮੈਟਰ ਜਾਂ ਨਮਿਆਤੀ ਜਿਹੜਾ ਮਾਦਾ ਹੈ ਉਸ ਦੀ ਮਿਕਦਾਰ ਨੂੰ ਵਧਾਇਆ ਜਾਏ, ਜਾਂ ਜਿਹੜੇ ਕ੍ਰਾਪ ਰੈਜ਼ੀਡਿਊਜ਼ ਨੇ, ਫਸਲਾਂ ਦੀਆਂ ਜਿਹੜੀਆਂ ਬਾਕੀਆਤ ਨੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਤਾਂ ਦੇ ਅੰਦਰ ਰਹਿਣ ਦਿੱਤਾ ਜਾਏ, ਤਾਂ ਕਿ ਉਹ ਜ਼ਮੀਨ ਨੂੰ ਇੱਕ ਤਹਫ਼ੁਜ਼ ਫਰਾਹਮ ਕਰਨ ਔਰ ਸਾਡੀਆਂ ਜ਼ਮੀਨਾਂ ਕਟਾਓ ਤੋਂ ਜ਼ਿਆਦਾ ਮਹਿਫੂਜ਼ ਰਹਿ ਸਕਣ। ਅਤੀਕ ਸਾਹਿਬ, ਮੇਰੇ ਜ਼ਿਹਨ 'ਚ ਨਾ ਇੱਕ ਸਵਾਲ ਉੱਠ ਰਿਹਾ ਹੈ ਕਿ ਅਸੀਂ ਮੁਖਤਲਿਫ ਜਗ੍ਹਾ ਦੇਖਦੇ ਹਾਂ ਜਿੱਥੇ ਇਸ ਤਰ੍ਹਾਂ ਮੁਤਾਸਰ ਹੋ ਜਾਂਦੀਆਂ ਜ਼ਮੀਨਾਂ, ਤੇ ਉਹਦੀ ਕਿਆ ਬਹਾਲੀ ਵੀ ਤੁਸੀਂ ਕਰਦੇ ਹੋ? ਜੀ ਡਾਕਟਰ ਸਾਹਿਬ, ਬਹੁਤ ਜ਼ਬਰਦਸਤ ਤੁਸੀਂ ਆਪਣਾ ਸਵਾਲ ਪੁੱਛਿਆ। ਅਸੀਂ ਇੱਕ ਤਾਂ ਹੈ ਕਿ ਜ਼ਮੀਨਾਂ ਨੂੰ ਕਟਾਓ ਦੇ ਅਮਲ ਨੂੰ ਅਸੀਂ ਰੋਕੀਏ, ਕਿ ਨਵੇਂ ਕਟਾਓ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਰੈਜ਼ਿਸਟ ਕਰੀਏ। ਲੇਕਿਨ ਜਿਹੜੀਆਂ ਜ਼ਮੀਨਾਂ ਸਾਡੀਆਂ ਕਟਾਓ ਦਾ ਸ਼ਿਕਾਰ ਹੋ ਚੁੱਕੀਆਂ ਨੇ, ਉਹਨਾਂ ਦੀ ਬਹਾਲੀ ਵੀ ਜੋ ਹੈ ਨਾ ਇੱਕ ਬੜਾ ਵੱਡਾ ਕੰਮ ਹੈਗਾ।
ਤੇ ਉਸ ਵਾਸਤੇ ਅਸੀਂ ਉਹਨਾਂ ਦੀ ਜ਼ਮੀਨ ਦੀ ਬਹਾਲੀ ਵਾਸਤੇ ਵੀ ਇਹ ਸਾਰਾ ਕੰਮ ਕਰ ਰਹੇ ਹਾਂ ਔਰ ਅਸੀਂ ਤਾਂ ਕਿ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਕਾਬਲੇ ਕਾਸ਼ ਕਰ ਸਕੀਏ। ਉਸ ਲਈ ਸਾਡੇ ਕੋਲ ਸਾਡਾ ਮਸ਼ੀਨਰੀ ਵਿੰਗ ਵੀ ਹੈਗਾ, ਜਿਸ ਵਿੱਚ ਸਾਡੇ ਕੋਲ 40 ਬਲਡੋਜ਼ਰ ਨੇ। ਅਸੀਂ ਉਹ ਜ਼ਿਮੀਂਦਾਰਾਂ ਨੂੰ ਫਰਾਹਮ ਕਰਦੇ ਹਾਂ ਕਿ ਜਿਹੜੀਆਂ ਜ਼ਮੀਨਾਂ ਕਟਾਓ ਦਾ ਸ਼ਿਕਾਰ ਹੋ ਚੁੱਕੀਆਂ ਨੇ, ਕੱਟ ਪੱਟ ਚੁੱਕੀਆਂ ਨੇ, ਉਹਨਾਂ ਨੂੰ ਦੁਬਾਰਾ ਲੈਵਲਿੰਗ ਕਰਕੇ ਅਸੀਂ ਜਿਹੜਾ ਨਾ ਉਹਨਾਂ ਨੂੰ ਦੁਬਾਰਾ ਕਾਬਲੇ ਕਾਸ਼ ਕਰੀਏ। ਔਰ ਇਸ ਮਕਸਦ ਵਾਸਤੇ ਜਿਹੜੇ ਅਸੀਂ ਮੈਂ ਪਹਿਲੇ ਅਰਜ਼ ਕੀਤੀ ਹੈ ਸਪਿਲਵੇਜ਼, ਆਊਟਲੈਟ, ਦੀਵਾਰਾਂ, ਜਿਤਨੀਆਂ ਵੀ ਇੰਟਰਵੈਂਸ਼ਨ ਨੇ ਉਹ ਸਾਰੀਆਂ ਜ਼ਮੀਨ ਦੀ ਬਹਾਲੀ ਵਾਸਤੇ ਹੀ ਨੇ। ਇੱਕ ਤਾਂ ਜ਼ਮੀਨ ਨੂੰ, ਨਵੀਂ ਜ਼ਮੀਨ ਨੂੰ ਕਟਾਓ ਤੋਂ ਬਚਾਉਣ ਵਾਸਤੇ, ਔਰ ਦੂਸਰਾ ਜਿਹੜੀ ਕਟਾਓ ਜ਼ਿਆਦਾ ਜ਼ਮੀਨ ਹੈ ਉਹਦੀ ਬਹਾਲੀ ਵਾਸਤੇ ਹੀ ਇਹ ਸਾਰੀਆਂ ਇੰਟਰਵੈਂਸ਼ਨ ਕੀਤੀਆਂ ਜਾਂਦੀਆਂ ਨੇ। ਅਤੀਕ ਸਾਹਿਬ, ਜਿਹੜੇ ਜ਼ਿਮੀਂਦਾਰ ਤੇ ਕਾਸ਼ਤਕਾਰ ਇਸ ਵੇਲੇ ਸਾਡਾ ਪ੍ਰੋਗਰਾਮ ਮੁਲਾਜ਼ਾ ਕਰ ਰਹੇ ਨੇ, ਤੇ ਤੁਸੀਂ ਉਹਨਾਂ ਨੂੰ ਕੋਈ ਹਦਾਇਤ ਦਿਓਗੇ ਕਿ ਉਹ ਆਪਣੀ ਜ਼ਮੀਨਾਂ ਦਾ ਤਹਫ਼ੁਜ਼ ਕਿਵੇਂ ਕਰਨ? ਇਸ ਵਾਸਤੇ ਜ਼ਿਮੀਂਦਾਰ ਜਿਹੜਾ ਨਾ ਬੜਾ ਅਹਿਮ ਰੋਲ ਪਲੇ ਕਰ ਸਕਦੇ ਨੇ, ਅਦਾ ਕਰ ਸਕਦੇ ਨੇ ਕਿ ਉਸ ਦੇ ਵਿੱਚ ਮੁਖਤਲਿਫ ਕਿਸਮ ਦੀਆਂ ਅਸੀਂ ਉਹਨਾਂ ਨੂੰ ਹਦਾਇਤ ਇਹ ਦਿੰਦੇ ਹਾਂ ਕਿ ਆਪਣੀਆਂ ਜਿਹੜੀਆਂ ਵੱਟਾਂ ਨੇ, ਖੇਤਾਂ ਦੀਆਂ ਜਿਹੜੀਆਂ ਵੱਟਾਂ ਨੇ ਉਹਨਾਂ ਨੂੰ ਮਜ਼ਬੂਤ ਬਣਾਉਣ। ਉਹਨਾਂ ਨੂੰ ਮਜ਼ਬੂਤ ਬਣਾਉਣ ਦਾ ਮਕਸਦ ਇਹ ਹੈਗਾ ਕਿ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬਾਰਿਸ਼ ਦਾ ਪਾਣੀ ਅਸੀਂ ਖੇਤ ਦੇ ਅੰਦਰ ਹੀ ਮਹਿਫੂਜ਼ ਕਰ ਸਕੀਏ, ਔਰ ਜਿੰਨੀਆਂ ਸਾਡੇ ਖੇਤਾਂ ਦੀਆਂ ਵੱਟਾਂ ਮਜ਼ਬੂਤ ਹੋਣਗੀਆਂ ਉਤਨਾ ਹੀ ਸਾਡਾ ਜ਼ਮੀਨ ਦਾ ਕਟਾਓ ਕੰਮ ਹੋਏਗਾ। ਉਸ ਤੋਂ ਇਲਾਵਾ ਅਸੀਂ ਜ਼ਿਮੀਂਦਾਰਾਂ ਨੂੰ ਇਹ ਮਸ਼ਵਰਾ ਦਿੰਦੇ ਹਾਂ ਕਿ ਜਿਹੜੀ ਢਲਵਾਨ ਹੈ ਜ਼ਮੀਨ ਦੀ, ਉਸ ਦੇ ਉਲਟੀ ਸਿਮਾ 'ਤੇ ਜਿਹੜਾ ਨਾ ਉਹ ਹਲ ਚਲਾਉਣ, ਔਰ ਉਸ ਦੀ ਉਲਟੀ ਸਿਮਾ 'ਤੇ ਜਿਹੜਾ ਨਾ ਉਹ ਆਪਣੀ ਜਿਤਨੀਆਂ ਵੀ ਨੇ ਫਸਲਾਂ ਦੀਆਂ ਜਿਹੜੀਆਂ ਕਾਸ਼ਤਕਾਰੀ ਹੈ ਉਹ ਢਲਵਾਨ ਦੀ ਉਲਟੀ ਸਿਮਾ 'ਤੇ ਕਰਨ। ਉਸ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀਆਂ ਉਹ ਸਾਡੀਆਂ ਮਤਲਬ ਹੈ ਕਿ ਉਸ ਆਪਰੇਸ਼ਨ ਨਾਲ ਇਹ ਹੁੰਦਾ ਸਾਡਾ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਜਿਹੜਾ ਨਾ ਖੇਤ ਦੇ ਅੰਦਰ ਹੀ ਮਹਿਫੂਜ਼ ਰਹਿੰਦਾ। ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਆਪਣੀ ਜ਼ਮੀਨ ਦੀ ਸਿਹਤ ਦੀ ਬਹਾਲੀ ਵਾਸਤੇ ਉਹ ਜ਼ਮੀਨ ਨਾਮਿਆਤੀ ਮਾਦੇ ਦਾ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ, ਤਾਂ ਕਿ ਇਹ ਨਾਮਿਆਤੀ ਮਾਦੇ ਦਾ ਇੱਕ ਬਹੁਤ ਬੜਾ ਇਫੈਕਟ ਇਹ ਵੀ ਹੁੰਦਾ ਹੈ ਕਿ ਬਾਰਿਸ਼ ਦੇ ਪਾਣੀ ਨੂੰ ਜ਼ਿਆਦਾ ਦੇਰ ਤੱਕ ਜ਼ਮੀਨ ਦੇ ਅੰਦਰ ਮਹਿਫੂਜ਼ ਰੱਖ ਸਕਦਾ ਹੈ। ਅਤੀਕ ਸਾਹਿਬ, ਵੈਸੇ ਤਾਂ ਸਾਡਾ ਸਾਰਾ ਮੁਲਕ, ਸਾਰੇ ਸ਼ਹਿਰ ਹੀ ਬੜੇ ਸੋਹਣੇ ਨੇ, ਤੇ ਬਾਬਲਪੁਰ ਜਾਓ ਨਾ, ਬੜਾ ਸੋਹਣਾ ਸ਼ਹਿਰ ਹੈ, ਤੇ ਉਹਦੇ ਨਾਲ ਚੋਲਿਸਤਾਨ ਹੈ। ਤੇ ਉੱਥੇ ਮੈਂ ਪਿਛਲੇ ਦਿਨ ਪ੍ਰੋਗਰਾਮ ਕਰਨ ਗਿਆ ਤੇ ਉੱਥੇ ਟੋਬੇ ਕਲਾਉਂਦੇ ਨੇ। ਇਹ ਜਿਹੜਾ ਟੋਬਾ ਜਾਂ ਤੁਹਾਡੇ ਮਿੰਨੀ ਡੈਮ ਨੇ ਜਾਂ ਪਾਣੀ ਨੂੰ ਜਮ੍ਹਾਂ ਕਰਨਾ, ਇਹ ਇੱਕੋ ਹੀ ਚੀਜ਼ ਹੈ? ਜੀ ਡਾਕਟਰ ਸਾਹਿਬ, ਉਹ ਟੋਬੇ ਵੀ ਬਾਰਿਸ਼ ਦੇ ਪਾਣੀ ਨੂੰ ਮਹਿਫੂਜ਼ ਕਰਨ ਲਈ ਨੇ, ਕਿਉਂਕਿ ਬਾਰਿਸ਼ ਦਾ ਪਾਣੀ ਤਾਂ ਮੈਂ ਜਿਸ ਤਰ੍ਹਾਂ ਕੀਤਾ ਹੈ ਕਿ ਜਦੋਂ ਮੌਨਸੂਨ ਸਾਡੇ ਕੋਲ ਹੁੰਦਾ ਹੈ ਉਸ ਵਕਤ ਹੀ ਸਾਨੂੰ ਅਵੇਲੇਬਲ ਹੁੰਦਾ ਹੈ, ਉਸ ਤੋਂ ਬਾਅਦ ਤੇ ਸਾਡਾ ਸਾਰਾ ਖੁਸ਼ਕ ਸੀਜ਼ਨ ਹੀ ਹੁੰਦਾ ਹੈ। ਅਤੇ ਚੂਲਿਸਤਾਨ ਦੇ ਵਿੱਚ ਵੀ ਟੋਬਿਆਂ ਦੀ ਸੂਰਤ ਵਿੱਚ ਵੀ ਜਿਹੜੀ ਵੀ ਅਸੀਂ ਹੈ ਉਸ ਟੋਬੇ 'ਚ ਹੀ ਬਾਰਿਸ਼ ਦੇ ਪਾਣੀ ਨੂੰ ਮਹਿਫੂਜ਼ ਕਰਦੇ ਹਾਂ। ਇਹ ਬਿਲਕੁਲ ਉਹ ਸੇਮ ਕਨਸੈਪਟ ਹੀ ਹੈ। ਇਸ ਇਲਾਕੇ ਦੇ ਵਿੱਚ ਪੋਟੋਹਾਰ ਦੇ ਵਿੱਚ ਅਸੀਂ ਉਹਨੂੰ ਮਿਨੀ ਡੈਮ ਔਰ ਪੌਂਡ ਕਹਿੰਦੇ ਹਾਂ। ਉਸ ਇਲਾਕੇ 'ਚ ਲੋਕਲ ਉਹਨਾਂ ਨੂੰ ਟੋਬੇ ਕਿਹਾ ਜਾਂਦਾ ਹੈ, ਔਰ ਉਹਨਾਂ ਟੋਬਿਆਂ 'ਤੇ ਹੀ ਸਾਰੀ ਜਿਹੜੇ ਉਹਨਾਂ ਦੇ ਮਾਲ ਮਵੇਸ਼ੀ ਦਾ ਇਨਸਾਰ ਵੀ ਉਸ ਦੇ ਉੱਤੇ ਹੀ ਹੈ। ਉਹਨਾਂ ਦੀ ਜਿਹੜੀ ਥੋੜ੍ਹੀ ਬਹੁਤੀ ਜ਼ਰਾਤ ਹੈ ਉਸ ਦਾ ਇਨਸਾਰ ਵੀ, ਬਲਕਿ ਪਾਣੀ ਦੇ ਪੀਣ ਦਾ ਵੀ ਉਹੀ ਜ਼ਰੀਆ ਨੇ। ਅਤੇ ਇੱਥੇ ਇਸ ਇਲਾਕੇ 'ਚ ਅਸੀਂ ਮਿਨੀ ਡੈਮ ਔਰ ਪੌਂਡ ਉਹਨਾਂ ਨੂੰ ਕਹਿੰਦੇ ਹਾਂ। ਬੇਸਿਕ ਕਨਸੈਪਟ ਉਹੀ ਹੈ ਕਿ ਬਾਰਿਸ਼ ਦੇ ਪਾਣੀ ਨੂੰ ਅਸੀਂ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਦੇਰ ਲਈ ਮਹਿਫੂਜ਼ ਰੱਖ ਸਕੀਏ। ਅੱਛਾ, ਜਿਹੜਾ ਬਰਾਨੀ ਇਲਾਕਾ ਹੈ ਇਹ ਸਾਰਾ, ਇਹ ਮੁਨਹਸਰ ਹੈ ਬਾਰਿਸ਼ਾਂ 'ਤੇ। ਬਾਰਿਸ਼ਾਂ ਹੋ ਗਈਆਂ, ਪਾਣੀ ਇਕੱਠਾ ਹੋ ਗਿਆ, ਤੇ ਫਿਰ ਅੱਗੋਂ ਕੀ ਤਰਤੀਬ ਤੁਸੀਂ ਕਿਸਾਨਾਂ ਨੂੰ ਦੱਸਦੇ ਹੋ ਕਿ ਪਾਣੀ ਕਿਸ ਤਰ੍ਹਾਂ ਫਸਲਾਂ ਨੂੰ ਦੇਣ ਤੇ ਕਿਹੜੀ ਕਿਹੜੀ ਫਸਲ ਉਗਾਉਣ ਜਿਹੜੀ ਥੋੜ੍ਹੇ ਪਾਣੀ ਦੇ ਨਾਲ ਜ਼ਿਆਦਾ ਉਹਦਾ ਝਾੜ ਆਵੇ? ਜੀ ਡਾਕਟਰ ਸਾਹਿਬ, ਇਹ ਪਾਣੀ ਨੂੰ ਮਹਿਫੂਜ਼ ਕਰਨ ਦਾ ਬੇਸਿਕ ਮਕਸਦ ਹੀ ਇਹ ਹੈ ਕਿ ਅਸੀਂ ਉਸ ਪਾਣੀ ਨੂੰ ਜ਼ਰਾਤ ਲਈ ਇਸਤੇਮਾਲ ਕਰ ਸਕੀਏ। ਅਤੇ ਇਸ ਦੇ ਵਿੱਚ ਅਸੀਂ ਕਿਸਾਨਾਂ ਨੂੰ ਇਹ ਮਸ਼ਵਰਾ ਇਹ ਦਿੰਦੇ ਹਾਂ ਜਾਂ ਉਹਨਾਂ ਦੀ ਇਹ ਹੈਲਪ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਆਪਣੇ ਰਕਬਿਆਂ 'ਤੇ ਜਿਹੜਾ ਨਾ ਉਹ ਬਾਗਾਤ ਲਾਉਣ। ਔਰ ਉਸ ਤੋਂ ਇਲਾਵਾ ਜਿਹੜੀਆਂ ਇਹ ਸਾਡੀਆਂ ਲੋਕਲ ਫਸਲਾਂ ਨੇ, ਜਿਸ ਤਰ੍ਹਾਂ ਸਾਡੇ ਕੋਲ ਮਕਈ ਹੋ ਗਈ ਜਾਂ ਚਾਰਾ ਜਾਤ ਹੋ ਗਏ ਜਾਂ ਈਵਨ ਗੰਦਮ ਹੋ ਗਈ, ਉਸ ਨੂੰ ਜਿਹੜਾ ਨਾ ਉਹ ਪਾਣੀ ਲਾਉਣ ਤਾਂ ਕਿ ਉਹਨਾਂ ਦੀ ਜਿਹੜਾ ਨਾ ਪੈਦਾਵਾਰ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਵੱਧ ਸਕੇ ਔਰ ਕਿਸਾਨ ਦੀ ਜਿਹੜੀ ਆਪਣੀ ਮਈਸ਼ਤ ਹੈ ਉਹ ਮਜ਼ਬੂਤ ਹੋ ਸਕੇ। ਜ਼ਿਆਦਾ ਅਸੀਂ ਉਹਨਾਂ ਨੂੰ ਮਸ਼ਵਰਾ ਚਾਰਾ ਜਾਤ ਲਾਉਣ ਦਾ ਔਰ ਬਾਗਾਤ ਲਾਉਣ ਦਾ ਦਿੰਦੇ ਹਾਂ ਤਾਂ ਕਿ ਉਸ ਪਾਣੀ ਨੂੰ ਅਸੀਂ ਬੜੇ ਅੱਛੇ ਤਰੀਕੇ ਨਾਲ, ਜਿਹੜਾ ਪਾਣੀ ਅਸੀਂ ਬੜੀ ਕੋਸ਼ਿਸ਼ ਨਾਲ ਮਹਿਫੂਜ਼ ਕੀਤਾ ਬਾਰਿਸ਼ ਦਾ, ਉਹਨੂੰ ਅਸੀਂ ਅੱਛੇ ਤਰੀਕੇ ਨਾਲ ਅੱਗੋਂ ਆਪਣੀ ਜ਼ਰਾਤ ਦੀ ਤਰੱਕੀ ਲਈ ਵੀ ਇਸਤੇਮਾਲ ਕਰ ਸਕਿਆ। ਅਤੀਕ ਸਾਹਿਬ, ਤੁਹਾਡੇ ਨੌਲੇਜ ਤੋਂ ਫਾਇਦਾ ਉਠਾਉਂਦੇ ਆ ਮੈਂ ਆਪਣੇ ਕਾਸ਼ਤਕਾਰਾਂ ਵਾਸਤੇ ਇਹ ਪੁੱਛਣਾ ਚਾਹਾਂਗਾ ਕਿ ਕੀ ਹਦਾਇਤ ਦਿਓਗੇ ਉਹਨਾਂ ਨੂੰ ਕਿ ਉਰੀਅਨ ਜਾਂ ਕਟਾਓ ਇਹ ਅਮਲ ਤੋਂ ਜ਼ਮੀਨ ਬਚੀ ਰਹੇ? ਮੈਂ ਕਿਸਾਨ ਭਰਾਵਾਂ ਨੂੰ ਇਹ ਕਹਾਂਗਾ ਕਿ ਖੇਤਾਂ ਦੀ ਵੱਟਾਂ ਨੂੰ ਮਹਿਫੂਜ਼ ਕਰਨ। ਉਸ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਕਟਾਓ ਦਾ ਸ਼ਿਕਾਰ ਹੋ ਚੁੱਕੀਆਂ ਨੇ ਔਰ ਖੁੰਦਰ ਦੀ ਸੂਰਤ ਇਖਤਿਆਰ ਕਰ ਚੁੱਕੀਆਂ ਨੇ, ਉਹ ਸਾਡੇ ਕੋਲੋਂ ਮਸ਼ੀਨਰੀ ਦੀ ਸਹੂਲਤ ਮੁਹੱਈਆ ਹੈ ਜਿਹੜੀ ਗੌਰਮੈਂਟ ਸਬਸਿਡਾਈਜ਼ ਰੇਟ 'ਤੇ ਉਹਨਾਂ ਨੂੰ ਬੜੇ ਰਿਆਇਤੀ ਨਿਰਖ 'ਤੇ ਬਲਡੋਜ਼ਰ ਦੀ ਸਹੂਲਤ ਫਰਾਹਮ ਕਰ ਰਹੀ ਹੈ। ਉਸ ਦਾ ਫਾਇਦਾ ਉਠਾਉਣ ਔਰ ਜ਼ਮੀਨਾਂ ਨੂੰ ਔਰ ਰਕਬੇ ਨੂੰ ਲੈਵਲ ਕਰਨ। ਔਰ ਜਿੱਥੇ ਜਿੱਥੇ ਉਹਨਾਂ ਦੀ ਕੋਈ ਰਿਕੁਆਇਰਮੈਂਟ ਹੈ, ਕੋਈ ਦੀਵਾਰ ਬਣਦੀ ਹੈ ਜਾਂ ਕੋਈ ਸਪਿਲਵੇ ਬਣਦਾ ਹੈ ਜਾਂ ਕੋਈ ਆਊਟਲੈਟ ਉੱਥੇ
ਹੈ ਜਾਂ ਪੁਖਤਾ ਨਿਕਾਸ ਅਸੀਂ ਉੱਥੇ ਬਣਾਉਣਾ ਹੈ, ਉਸ ਵਾਸਤੇ ਸਾਡੇ ਨਾਲ ਰਾਬਤਾ ਕਰਨ, ਅਸੀਂ ਉਹ ਇੰਟਰਵੈਂਸ਼ਨ ਉਹਨਾਂ ਨੂੰ ਉੱਥੇ ਕਰਕੇ ਦੇਵਾਂਗੇ। ਕਿ ਮਕਸਦ ਸਾਡਾ ਸਾਰਾ ਕਿਸਾਨਾਂ ਦਾ ਵੀ ਇਹ ਹੈ, ਮਹਿਕਮੇ ਦਾ ਵੀ ਇਹ ਹੈ ਕਿ ਅਸੀਂ ਇੱਕ ਤਾਂ ਆਪਣੀ ਜ਼ਮੀਨਾਂ ਨੂੰ ਕਟਾਓ ਤੋਂ ਮਹਿਫੂਜ਼ ਕਰੀਏ, ਔਰ ਜਿਹੜੀਆਂ ਜ਼ਮੀਨਾਂ ਸਾਡੀਆਂ ਕਟਾਓ ਦਾ ਸ਼ਿਕਾਰ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਦੁਬਾਰਾ ਬਹਾਲੀ ਦੀ ਸੂਰਤ ਵਿੱਚ ਲੈ ਕੇ ਆਈਏ। ਉਸ ਤੋਂ ਇਲਾਵਾ ਇਹ ਹੈ ਕਿ ਆਪਣਾ ਜ਼ਿਆਦਾ ਤੋਂ ਜ਼ਿਆਦਾ ਦਰਖਤ ਉਗਾਏ ਜਾਣ, ਕਿਉਂਕਿ ਦਰਖਤ ਇੱਕ ਕੁਦਰਤੀ ਜ਼ਰੀਆ ਨੇ ਕਟਾਓ ਤੋਂ ਰੋਕਣ ਦਾ। ਦਰਖਤਾਂ ਦੇ ਬੇਸ਼ੁਮਾਰ ਫਵਾਇਦ ਨੇ, ਜਿਨ੍ਹਾਂ 'ਚੋਂ ਇੱਕ ਫਾਇਦਾ ਇਹ ਵੀ ਹੈ ਕਿ ਉਹ ਇਰੋਜਨ ਨੂੰ ਰੋਕਦੇ ਨੇ, ਜ਼ਮੀਨ ਨੂੰ ਬੁਰਦਗੀ ਤੋਂ ਰੋਕਦੇ ਨੇ, ਕਟਾਓ ਤੋਂ ਰੋਕਦੇ ਨੇ। ਇਸ ਤੋਂ ਇਲਾਵਾ ਇਹ ਮੈਂ ਉਹਨਾਂ ਜ਼ਿਮੀਂਦਾਰਾਂ ਨੂੰ ਕਹਾਂਗਾ ਕਿ ਆਪਣੇ ਫਸਲਾਂ ਦੀਆਂ ਜਿਹੜੀਆਂ ਬਾਕੀਆਤ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਰਹਿਣ ਦੇਣ। ਪੈਦਾਵਾਰ ਤਾਂ ਅਸੀਂ ਲੈ ਲੈਂਦੇ ਹਾਂ, ਸਿੱਟੇ ਤਾਂ ਅਸੀਂ ਲੈ ਲੈਂਦੇ ਹਾਂ, ਲੇਕਿਨ ਇਹ ਹੈ ਕਿ ਅਸੀਂ ਸਾਰਾ ਕੁਝ ਜਿਹੜਾ ਨਾ ਮਤਲਬ ਖੇਤ ਨੂੰ ਅਸੀਂ ਕੁਝ ਵਾਪਸ ਵੀ ਕਰੀਏ। ਜਿਸ ਖੇਤ ਨੇ ਸਾਨੂੰ ਇਤਨਾ ਕੁਝ ਦਿੱਤਾ ਹੈ ਉਸ ਦਾ ਇਹ ਫਾਇਦਾ ਹੋਏਗਾ ਕਿ ਸਾਡੀ ਜ਼ਮੀਨ ਦੀ ਜਿਹੜੀ ਸਿਹਤ ਹੈ ਨਾ ਉਹ ਬਿਹਤਰ ਰਹੇਗੀ, ਔਰ ਜ਼ਮੀਨ ਦੀ ਜਿਤਨੀ ਤਾਕਤ ਬਿਹਤਰ ਰਹੇਗੀ ਉਤਨਾ ਉਹ ਕਟਾਓ ਨੂੰ ਵੀ ਜਿਹੜਾ ਨਾ ਮਤਲਬ ਕਿ ਬਰਦਾਸ਼ਤ ਕਰਨ ਦੀ ਉਸੇ ਸਲਾਹੀਅਤ ਜ਼ਿਆਦਾ ਹੋਏਗੀ, ਉਹਦੀ ਪੈਦਾਵਾਰੀ ਸਲਾਹੀਅਤ ਵੀ ਵਧੇਗੀ। ਔਰ ਜਿਤਨਾ ਅਸੀਂ ਜ਼ਮੀਨਾਂ ਨੂੰ ਆਪਣੇ ਨੂੰ ਜ਼ਿਆਦਾ ਤਾਕਤਵਰ ਕਰੀਏ, ਜਿਤਨਾ ਜ਼ਿਆਦਾ ਅਸੀਂ ਉਹਨਾਂ ਨੂੰ ਉਹਨਾਂ ਦੇ ਵਿੱਚ ਆਰਗੈਨਿਕ ਮੈਟਰ ਐਡ ਕਰੀਏ, ਆਰਗੈਨਿਕ ਮੈਟਰ ਵਿੱਚ ਰੂੜੀ ਹੋ ਗਈ, ਸਾਡੀ ਦੇਸੀ ਖਾਦ ਹੋ ਗਈ, ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਕੁਦਰਤੀ, ਜਿਤਨਾ ਅਸੀਂ ਉਹਨਾਂ ਦੇ ਵਿੱਚ ਐਡ ਕਰਾਂਗੇ, ਜ਼ਮੀਨ ਨੂੰ ਵਾਪਸ ਕਰਾਂਗੇ, ਉਤਨੀ ਹੀ ਜ਼ਮੀਨ ਜਿਹੜਾ ਨਾ ਸਾਡੀ ਬਿਹਤਰ ਸੂਰਤ ਹਾਲ 'ਚ ਹੋਏਗੀ। ਅਤੇ ਮੈਂ ਇਹ ਕਹਾਂਗਾ ਕਿ ਬਾਰਿਸ਼ ਦੇ ਮੌਸਮ ਵਿੱਚ ਖਸੂਸੀ ਇਹਤਿਆਤ ਕਰਨ ਔਰ ਆਪਣੇ ਖੇਤਾਂ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਪਾਣੀ ਨੂੰ ਮਹਿਫੂਜ਼ ਕਰਨ ਦੀ ਉਹ ਕੋਸ਼ਿਸ਼ ਕਰਨ। ਅਤੀਕ ਸਾਹਿਬ, ਅਸੀਂ ਦੇਖਦੇ ਹਾਂ ਕਿ ਕਿਸੇ ਵੀ ਸ਼ੋਬੇ ਦੀ ਤਰੱਕੀ ਦੇ ਵਿੱਚ ਤਰਬੀਅਤੀ ਪ੍ਰੋਗਰਾਮ ਜਿਹੜੇ ਨੇ ਨਾ ਉਹ ਬੜੇ ਜ਼ਰੂਰੀ ਹੁੰਦੇ ਨੇ ਕਿ ਅਸੀਂ ਮੁਖਤਲਿਫ ਤੁਹਾਡੇ ਜ਼ਰਾਅਤ ਦੇ ਸ਼ੋਬੇ ਨੇ ਉੱਥੇ ਤਰਬੀਅਤੀ ਪ੍ਰੋਗਰਾਮ ਕੀਤੇ ਜਾਂਦੇ ਨੇ। ਕਿਆ ਤੁਸੀਂ ਵੀ ਕੋਈ ਐਸਾ ਦਾ ਕੰਮ ਕਰ ਰਹੇ ਹੋ ਕਿ ਲੋਕਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਇਹ ਜਿਹੜੀ ਕਟਾਈ ਦਾ ਅਮਲ ਹੈ ਔਰ ਇਹ ਸਾਰਾ ਜਿਹੜਾ ਹੈ ਇਹਦੇ ਤੋਂ ਬਚਾਉਣ ਦੇ ਕੋਈ ਤਰੀਕੇ, ਕੋਈ ਸਲੀਕੇ ਕੋਈ ਦੱਸਦੇ ਹੋ? ਸਰ, ਜ਼ਿਮੀਂਦਾਰਾਂ ਨੂੰ ਤਰਬੀਅਤ ਫਰਾਹਮ ਕਰਨ ਲਈ ਅਸੀਂ ਜ਼ਿਮੀਂਦਾਰਾਂ ਨੂੰ ਡਾਇਰੈਕਟ ਅਪਰੋਚ ਕਰਦੇ ਹਾਂ ਔਰ ਉਹ ਸਾਡੇ ਰਾਬਤੇ 'ਚ ਆਉਂਦੇ ਨੇ, ਔਰ ਅਸੀਂ ਫੀਲਡ 'ਚ ਜਾ ਕੇ ਮੁਖਤਲਿਫ ਉਹਨਾਂ ਦੇ ਪ੍ਰੋਗਰਾਮ ਕਰਦੇ ਹਾਂ ਔਰ ਉਹਨਾਂ ਨੂੰ ਕਟਾਓ ਦੇ ਜਿਹੜਾ ਨਾ ਅਮਲ ਦੇ ਬਾਰੇ 'ਚ ਆਗਾਹੀ ਫਰਾਹਮ ਕਰਦੇ ਹਾਂ ਔਰ ਉਹਨਾਂ ਨੂੰ ਉਹ ਤਰੀਕੇ ਦੱਸਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਕਟਾਓ ਨੂੰ ਜਿਹੜਾ ਨਾ ਉਸ ਦੀ ਰਫ਼ਤਾਰ ਨੂੰ ਅਸੀਂ ਕੰਮ ਕਰ ਸਕਦੇ ਹਾਂ, ਔਰ ਜਿਹੜੀਆਂ ਜ਼ਮੀਨਾਂ ਸਾਡੇ ਕਟਾਓ ਦਾ ਸ਼ਿਕਾਰ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਬਹਾਲੀ ਵਾਸਤੇ ਕੀ ਕਰ ਸਕਦੇ ਹਾਂ। ਇਹ ਸਾਰੇ ਅਮਲ ਦੀ ਉਹਨਾਂ ਨੂੰ ਆਗਾਹੀ ਫਰਾਹਮ ਕੀਤੀ ਜਾਂਦੀ ਹੈ, ਕਿਉਂਕਿ ਜ਼ਿਮੀਂਦਾਰ ਇੱਕ ਬੇਸਿਕ ਜਿਹੜਾ ਨਾ ਮਤਲਬ ਸਾਡਾ ਏਜੰਟ ਹੈ ਇਸ ਚੀਜ਼ ਨੂੰ ਰੋਕਣ ਲਈ। ਸਾਡੀਆਂ ਸਾਰੀਆਂ ਸਹੂਲਤਾਂ ਉਸ ਦੇ ਵਾਸਤੇ ਹੀ ਨੇ ਔਰ ਉਹੀ ਮੇਨ ਕਿਰਦਾਰ ਅਦਾ ਕਰ ਸਕਦੇ ਨੇ ਆਪਣੇ ਖੇਤਾਂ ਨੂੰ ਸੰਭਾਲਣ ਲਈ, ਆਪਣੀ ਜ਼ਮੀਨਾਂ ਨੂੰ ਸੰਭਾਲਣ ਲਈ, ਤਾਂ ਕਿ ਕਟਾਓ ਦੇ ਜਿਹੜਾ ਸ਼ਿਕਾਰ ਜ਼ਮੀਨਾਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਬਹਾਲ ਕਰੀਏ ਔਰ ਕਟਾਓ ਦੇ ਅਮਲ ਨੂੰ ਜਿਹੜਾ ਕੁਦਰਤੀ ਅਮਲ ਹੈ ਉਸ ਨੂੰ ਅਸੀਂ ਇੱਕ ਮਿਨੀਮਮ ਲਿਮਿਟ ਵਿੱਚ ਲੈ ਕੇ ਆਈਏ। ਅਤੀਕ ਸਾਹਿਬ, ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਪਠਵਾਰ ਦਾ ਇਲਾਕਾ ਹੈ ਜਾਂ ਉਹ ਇਲਾਕੇ ਜਿਹੜੇ ਮੁਤਾਸਰ ਹੁੰਦੇ ਨੇ ਜ਼ਮੀਨ ਦੇ ਕਟਾਓ ਤੋਂ, ਇਹ ਕਿੰਨੇ ਕੁ ਹੈਗੇ ਨੇ? ਸਰ, ਜਿਹੜਾ ਕਟਾਓ ਦਾ ਜ਼ਿਆਦਾ ਹੈ, ਅਸੀਂ ਜਿਹੜਾ ਬਾਰਿਸ਼ ਦੇ ਪਾਣੀ ਦਾ ਕਟਾਓ ਹੁੰਦਾ ਹੈ ਅਸੀਂ ਜ਼ਿਆਦਾ ਉਸ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਔਰ ਸਾਡੀ ਜਿਹੜੀ ਇਹ ਮਹਿਕਮਾ ਤਹਫ਼ੁਜ਼ ਰਾਤ ਦੇ ਦਫਾਤਰ ਨੇ ਇਹ ਸੂਬਾ ਪੰਜਾਬ ਦੇ 10 ਅਜ਼ਲਾ 'ਚ ਕਾਇਮ ਨੇ, ਜਿਨ੍ਹਾਂ ਦੇ ਵਿੱਚ ਅਟਕ, ਰਾਵਲਪਿੰਡੀ, ਚਕਵਾਲ, ਜੇਹਲਮ, ਖੁਸ਼ਾਬ ਔਰ ਅਪ ਟੂ ਮੀਆਂਵਾਲੀ, ਡੀਜੀ ਖਾਨ, ਰਾਜਨਪੁਰ, ਨਾਰੋਵਾਲ, ਇਹ ਸਾਰੇ ਅਜ਼ਲਾ ਸ਼ਾਮਿਲ ਨੇ। ਔਰ ਅਸੀਂ 10 ਅਜ਼ਲਾ ਜਿਹੜੇ ਬਾਰਾਨੀ ਅਜ਼ਲਾ ਨੇ ਉਸੇ 'ਚ ਅਸੀਂ ਆਪਣੀ ਖਿਦਮਤ ਫਰਾਹਮ ਕਰ ਰਹੇ ਹਾਂ।